ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਰਸ਼ਦ ਲੋਧੀ ਕੰਮ ਦੀਆਂ ਗੱਲਾਂ ਨਾਲ ਹਾਜ਼ਰੇ ਖਿਦਮਤ ਹੈ। ਦੋਸਤੋ, ਅੱਜ ਮੈਂ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਦੀ ਇੱਕ ਬਹੁਤ ਹੀ ਨਾਯਾਬ ਕਿਸਮ ਦੀ ਗੱਲ ਸੁਣਾਉਣ ਲੱਗਾ। ਗੌਰ ਨਾਲ ਸੁਣਨਾ, ਅਲਹਮਦੁਲਿਲਾ ਸੁਣੋਗੇ ਮਜ਼ਾ ਆਏਗਾ ਔਰ ਤੁਹਾਡੀ ਜ਼ਿੰਦਗੀ ਸੰਵਰ ਜਾਏਗੀ, ਕਿਉਂਕਿ ਇਹਦੇ ਵਿੱਚ ਉਹ ਕੀਮਤੀ ਰਾਜ਼ ਛੁਪਿਆ ਹੈ ਜਿਹੜਾ ਤੁਸੀਂ ਸੁਣੋਗੇ। ਅਗਰ ਤੁਸੀਂ ਉਹ 'ਤੇ ਅਮਲ ਕਰ ਲਿਆ ਤੇ ਮੇਰਾ ਦਾਅਵਾ ਹੈ ਕਿ ਇਨਸ਼ਾ ਅੱਲਾਹ ਤਾਲਾ ਤੁਸੀਂ ਵੀ ਆਪ ਸਿੱਧੇ ਰਸਤੇ 'ਤੇ ਆ ਜਾਓਗੇ ਔਰ ਤੁਹਾਡੀ ਜ਼ਿੰਦਗੀ ਸੰਵਰ ਜਾਏਗੀ। ਲਓ ਫਿਰ ਵਕਤ ਜ਼ਾਇਆ ਕੀਤੇ ਬਗੈਰ ਗੱਲ ਸ਼ੁਰੂ ਕਰੀਏ। ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਬਹਿਰੂਪੀਆ ਜਿਹਦਾ ਨਾਮ ਕੁੰਦਨ ਸੀ, ਉਹ ਹਾਜ਼ਰ ਹੋਇਆ। ਬਾਦਸ਼ਾਹ ਸਲਾਮਤ ਨੇ ਕਿਹਾ ਕਿ ਹਾਂ, ਕੀ ਮਸਲਾ ਹੈ, ਕੌਣ ਹੈ? ਉਹਨੇ ਕੁੰਦਨ ਨੇ ਕਿਹਾ ਕਿ ਜਨਾਬ ਮੈਂ ਕੁੰਦਨ ਬਹਿਰੂਪੀਆ। ਬਾਦਸ਼ਾਹ ਨੇ ਆਉਣ ਦਾ ਮਕਸਦ ਪੁੱਛਿਆ ਤੇ ਕੁੰਦਨ ਬਹਿਰੂਪੀਏ ਨੇ ਕਿਹਾ ਕਿ ਜਨਾਬ ਮੈਂ ਇੱਕ ਬਹੁਤ ਨਾਯਾਬ ਕਿਸਮ ਦਾ ਬਹਿਰੂਪੀਆ, ਮੈਂ ਹਰ ਕਿਸਮ ਦਾ ਰੂਪ ਧਾਰ ਲੈਣਾ ਤੇ ਮੈਂ ਜਿਸ ਵੇਲੇ ਆਪਣਾ ਰੂਪ ਧਾਰਨਾ ਤੇ ਤੁਹਾਡਾ ਜਿੰਨਾ ਇਲਮ ਹੈ ਉਹ ਸਾਰਾ ਇਲਮ ਇੱਕ ਸਾਈਡ ਤੇ ਹੋਏਗਾ, ਤੁਸੀਂ ਮੈਨੂੰ ਪਛਾਣ ਨਹੀਂ ਸਕੋਗੇ। ਬਾਦਸ਼ਾਹ ਨੇ ਮੁਸਕਰਾਇਆ ਤੇ ਕਿਹਾ ਕਿ ਕੁੰਦਨ, ਐਸਾ ਮੁਮਕਿਨ ਨਹੀਂ ਹੈ। ਅੱਲਾਹ ਤਾਲਾ ਨੇ ਮੈਨੂੰ ਐਨੀ ਤਾਕਤ ਔਰ ਐਨਾ ਇਲਮ ਦਿੱਤਾ ਹੈ ਕਿ ਮੈਂ ਕਿਸੇ ਨੂੰ ਵੀ ਪਹਿਲੀ ਨਜ਼ਰ 'ਚ ਪਛਾਣ ਸਕਣਾ। ਬਹਿਰੂਪੀਏ ਨੇ ਕਿਹਾ ਜਨਾਬ ਠੀਕ ਹੈ, ਅਗਰ ਤੁਸੀਂ ਮੈਨੂੰ ਪਛਾਣ ਲਿਆ ਤੇ ਸ਼ਰਤ ਲਾ ਲੈਂਦੇ ਹਾਂ। ਬਾਦਸ਼ਾਹ ਨੇ ਕਿਹਾ ਹੁਕਮ ਕਰ। ਕੁੰਦਨ ਬਹਿਰੂਪੀਏ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਚੂੰਕਿ ਤੁਸੀਂ ਵਕਤ ਦੇ ਹਾਕਮ ਹੋ, ਅਗਰ ਤੁਸੀਂ ਮੈਨੂੰ ਪਛਾਣ ਲਿਆ ਤੇ ਮੈਨੂੰ ਮਾਫੀ ਦੇ ਦੇਣਾ, ਤੇ ਅਗਰ ਤੁਸੀਂ ਨਾ ਮੈਨੂੰ ਪਛਾਣ ਸਕੇ ਤੇ ਫਿਰ ਮੈਨੂੰ 500 ਰੁਪਇਆ ਇਨਾਮ ਦੇ ਦੇਣਾ। ਬਾਦਸ਼ਾਹ ਨੇ ਮੁਸਕਰਾ ਕੇ ਕਿਹਾ ਕਿ ਠੀਕ ਹੈ, ਮੈਨੂੰ ਤੇਰਾ ਇਹ ਜਿਹੜਾ ਫੈਸਲਾ ਹੈ ਮਨਜ਼ੂਰ ਹੈ। ਉਹ ਬਹਿਰੂਪੀਆ ਉੱਥੋਂ ਚਲਾ ਜਾਂਦਾ ਹੈ। ਕੁਝ ਸਾਲ, 1.5 ਸਾਲ ਤੋਂ ਬਾਅਦ ਬਾਦਸ਼ਾਹ ਸਲਾਮਤ ਨੇ ਇੰਡੀਆ ਦੇ ਵਿੱਚ ਇੱਕ ਹਮਲਾ ਕੀਤਾ, ਜਿਸ ਤੇ ਹਮਲਾ ਕੀਤਾ ਮਰਟਾਂ ਕੋਲੋਂ। ਉਹ ਇੰਨੇ ਤਾਕਤਵਰ ਸਨ, ਉਹਨਾਂ ਦਾ ਕਿਲਾ ਇੰਨਾ ਮਜ਼ਬੂਤ ਸੀ ਕਿ ਬਾਦਸ਼ਾਹ ਸਲਾਮਤ ਦੀ ਪੂਰੀ ਫੌਜ ਪੂਰੇ ਤਾਕਤ ਨਾਲ, ਪੂਰੇ ਜ਼ੋਰ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਲੇ ਦੇ ਅੰਦਰ ਦਾਖਲ ਹੋ ਜਾਈਏ, ਕਿਲੇ ਦਾ ਦਰਵਾਜ਼ਾ ਤੋੜ ਲਈਏ, ਲੇਕਿਨ ਉਹ ਤੋੜਨ 'ਚ ਨਾਕਾਮ ਰਹੇ। ਬਾਦਸ਼ਾਹ ਸਲਾਮਤ ਬੜਾ ਮਾਯੂਸ ਹੋਇਆ ਤੇ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਇੱਥੇ ਇੱਕ ਬਜ਼ੁਰਗ ਨੇ, ਵਲੀ ਅੱਲਾ ਨੇ, ਉਹਨਾਂ ਦੀ ਖਿਦਮਤ 'ਚ ਹਾਜ਼ਰ ਹੋਵੋ, ਉਹਨਾਂ ਕੋਲੋਂ ਦੁਆ ਕਰਾਓ ਤੇ ਅੱਲਾਹ ਤਾਲਾ ਤੁਹਾਨੂੰ ਫਤਹ ਦੇ ਦੇਗਾ। ਬਾਦਸ਼ਾਹ ਸਲਾਮਤ ਉਸ ਫਕੀਰ ਕੋਲ, ਉਸ ਦਰਵੇਸ਼ ਕੋਲ, ਅੱਲਾ ਦੇ ਵਲੀ ਕੋਲ ਹਾਜ਼ਰ ਹੋਏ। ਜਾ ਕੇ ਆਪਣਾ ਮਾਜਰਾ ਦੱਸਿਆ ਕਿ ਮੈਂ ਇਸ ਤਰ੍ਹਾਂ ਮਰਟਿਆਂ ਦੇ ਕਿਲੇ ਤੇ ਹਮਲਾ ਕੀਤਾ, ਮੈਨੂੰ ਨਾਕਾਮੀ ਹੋਈ ਹੈ, ਕਾਮਯਾਬੀ ਨਹੀਂ ਹੋਈ, ਤੇ ਦੁਆ ਕਰੋ ਕਿ ਮੈਨੂੰ ਕਾਮਯਾਬੀ ਹੋਵੇ। ਉਹ ਫਕੀਰ ਨੇ ਮੁਸਕਰਾ ਕੇ ਕਿਹਾ ਕਿ ਠੀਕ ਹੈ, ਅਸੀਂ ਅੱਲਾ ਅੱਗੇ ਦੁਆ ਕਰਨੇ ਆ, ਲੇਕਿਨ ਤੁਸੀਂ ਕੱਲ ਹਮਲਾ ਨਹੀਂ ਕਰਨਾ, ਪਰਸੋਂ ਕਰਿਆ ਜੇ, ਤੇ ਉਹ ਵੀ ਜ਼ੋਹਰ ਦੀ ਨਮਾਜ਼ ਤੋਂ ਬਾਅਦ ਕਰਿਆ ਜੇ। ਬਾਦਸ਼ਾਹ ਸਲਾਮਤ ਨੇ ਉਹਦੀ ਗੱਲ ਤੇ ਆਮੀਨ ਕਿਹਾ ਤੇ ਚਲਾ ਗਿਆ। 2 ਦਿਨ ਬਾਅਦ ਜਿਸ ਵੇਲੇ ਬਾਦਸ਼ਾਹ ਸਲਾਮਤ ਨੇ ਆਪਣੀ ਫੌਜ ਦੇ ਨਾਲ ਉੱਥੇ ਹਮਲਾ ਕੀਤਾ, ਇੰਨੀ ਤਾਕਤ ਦੇ ਨਾਲ ਹਮਲਾ ਕੀਤਾ ਕਿ ਅੱਲਾਹ ਪਾਕ ਨੇ ਬਾਦਸ਼ਾਹ ਸਲਾਮਤ ਨੂੰ ਫਤਹ ਦੇ ਦਿੱਤੀ। ਤੇ ਫਤਹ ਦੀ ਖੁਸ਼ੀ ਦੇ ਵਿੱਚ ਉਹ ਬੜਾ ਖੁਸ਼ ਹੋਇਆ। ਖੁਸ਼ ਹੋ ਕੇ ਉਹਨੂੰ ਫੌਰੀ ਤੌਰ ਤੇ ਯਾਦ ਆਇਆ ਕਿ ਮੈਂ ਇਹ ਦੁਆ ਜਿਹੜੀ ਹੈ ਫਲਾਂ ਬਜ਼ੁਰਗ ਕੋਲ ਕਰਾਈ ਸੀ, ਤੇ ਫੌਰੀ ਤੌਰ ਤੇ ਨੱਸਦਾ ਹੋਇਆ ਉਸ ਬਾਦਸ਼ਾਹ ਦੇ ਦਰਬਾਰ, ਉਹ ਫਕੀਰ ਦੇ ਦਰਬਾਰ 'ਚ ਗਿਆ ਤੇ ਉਹਨਾਂ ਜਾ ਕੇ ਕਿਹਾ ਕਿ ਜਨਾਬ ਤੁਹਾਡੀ ਦੁਆ ਦੀ ਬਦੌਲਤ ਮੈਨੂੰ ਫਤਹ ਹੋਈ ਏ, ਮੈਂ ਕਿਲੇ ਤੇ ਕਬਜ਼ਾ ਕਰ ਲਿਆ ਤੇ ਮੈਂ ਬਹੁਤ ਸਾਰੀ ਜਾਇਦਾਦ ਤੁਹਾਡੇ ਨਾਂ ਕਰਨਾ ਚਾਹੁੰਦਾ, ਤੁਹਾਡੀਆਂ ਆਉਣ ਵਾਲੀਆਂ 7 ਪੁਸ਼ਤਾਂ ਨੂੰ ਮੈਂ ਬੈਨੀਫਿਟ ਦੇਣਾ ਚਾਹੁੰਦਾ। ਤੇ ਉਸ ਫਕੀਰ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਅਸੀਂ ਫਕੀਰ ਲੋਕ ਹਾਂ, ਸਾਡਾ ਮਾਲੀ ਦੌਲਤ ਨਾਲ, ਇਸ ਦੁਨਿਆਵੀ ਚੀਜ਼ਾਂ ਨਾਲ ਸਾਡਾ ਕੋਈ ਤਾਲੁਕ ਨਹੀਂ, ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਬਾਦਸ਼ਾਹ ਦੇ ਬਹੁਤ ਇਸਰਾਰ ਤੋਂ ਬਾਅਦ ਵੀ ਉਹ ਫਕੀਰ ਨੇ ਕੁਛ ਲੈਣ ਤੋਂ ਇਨਕਾਰ ਕੀਤਾ। ਬਾਦਸ਼ਾਹ ਸਲਾਮਤ ਮਾਯੂਸ ਹੋ ਕੇ ਉੱਥੋਂ ਚਲਾ ਗਿਆ। ਵਕਤ ਗੁਜ਼ਰ ਰਿਹਾ ਸੀ। ਕੁਛ ਮਹੀਨੇ ਤੋਂ ਬਾਅਦ ਬਾਦਸ਼ਾਹ ਸਲਾਮਤ ਆਪਣੇ ਦਰਬਾਰ 'ਚ
ਤਖਤੋ ਤਾਜ ਤੇ ਬੈਠੇ ਆਪਣੇ ਰੋਜ਼ਮर्रा ਦੇ ਕੰਮ ਕਰ ਰਹੇ ਸਨ ਤੇ ਉਹਨਾਂ ਦੇਖਿਆ ਕਿ ਉਹ ਬਜ਼ੁਰਗ ਦਰਬਾਰ ਦੇ ਵਿੱਚ ਨਮੂਦਾਰ ਹੋਏ। ਬਾਦਸ਼ਾਹ ਸਲਾਮਤ ਤਖਤੋ ਤਾਜ ਛੱਡ ਕੇ ਖੜੇ ਹੋ ਗਏ ਤੇ ਕਿਹਾ, ਸਰਕਾਰ ਤੁਸੀਂ ਕਿਉਂ ਤਕਲੀਫ ਕੀਤੀ? ਤੁਹਾਨੂੰ ਕੀ ਜ਼ਰੂਰਤ ਸੀ ਇੱਥੇ ਆਉਣ ਦੀ? ਤੁਸੀਂ ਮੈਨੂੰ ਹੁਕਮ ਕਰਦੇ, ਮੈਂ ਤੁਹਾਡੇ ਕੋਲ ਆ ਜਾਂਦਾ। ਤੇ ਉਹਨੇ ਅੱਗੇ ਵੱਧ ਕੇ ਝੁੱਕ ਕੇ ਸਲਾਮ ਕੀਤਾ ਤੇ ਕਿਹਾ ਕਿ ਜਨਾਬ, ਮੈਂ ਕੁੰਦਨ ਬਰੂਪੀ ਹਾਂ, ਮੈਂ ਆਪਣਾ 500 ਰੁਪਇਆ ਲੈਣ ਆਇਆ ਜਿਹੜਾ ਤੁਸੀਂ ਸ਼ਰਤ ਹਾਰੇ ਹੋ। ਬਾਦਸ਼ਾਹ ਸਲਾਮਤ ਹੱਕੇ ਪੱਕੇ ਰਹਿ ਗਏ ਕਿ ਇਹ ਉਹੀ ਬਜ਼ੁਰਗ ਹੈ ਜਿਹਨੂੰ ਮੈਂ ਇੰਨੀ ਸਾਰੀ ਦੌਲਤ ਦੇਣਾ ਚਾਹ ਰਿਹਾ ਸਾਂ, ਇਹਦੀਆਂ 7 ਪੁਸ਼ਤਾਂ ਨੂੰ ਬੈਨੀਫਿਟ ਦੇਣਾ ਚਾਹ ਰਿਹਾ ਸਾਂ, ਲੇਕਿਨ ਇਹਨੇ ਉਸ ਵੇਲੇ ਇਨਕਾਰ ਕਰ ਦਿੱਤਾ ਤੇ ਅੱਜ 500 ਰੁਪਏ ਲੈਣ ਵਾਸਤੇ ਆ ਗਿਆ। ਤੇ ਬਾਦਸ਼ਾਹ ਸਲਾਮਤ ਨੇ ਹੈਰਾਨ ਹੋ ਕੇ ਉਹਨੂੰ ਕਿਹਾ ਕਿ ਕੁੰਦਨ, ਮੈਂ ਜੋ ਤੈਨੂੰ ਉਸ ਵੇਲੇ ਤੇਰੀਆਂ 7 ਪੁਸ਼ਤਾਂ ਨੂੰ ਬਖਸ਼ ਰਿਹਾ ਸਾਂ, ਉਹਨਾਂ ਨੂੰ ਬੈਨੀਫਿਟ ਦੇ ਰਿਹਾ ਸਾਂ, ਤੈਨੂੰ ਇੰਨਾ ਮਾਲੋ ਦੌਲਤ, ਇੰਨੀਆਂ ਜ਼ਮੀਨਾਂ ਦੇ ਰਿਹਾ ਸਾਂ ਕਿ ਤੇਰੀਆਂ ਆਉਣ ਵਾਲੀਆਂ 7 ਨਸ਼ਤਾਂ ਬੇਸ਼ੁਮਾਰ ਅਯਾਸ਼ੀ ਦੇ ਨਾਲ ਵੀ ਜ਼ਿੰਦਗੀ ਗੁਜ਼ਾਰਦੀਆਂ ਤੇ ਉਹਨਾਂ ਵਾਸਤੇ ਕਾਫੀ ਹੁੰਦਾ, ਲੇਕਿਨ ਤੂੰ ਉਸ ਵੇਲੇ ਉਹ ਸਾਰਾ ਸਾਜ਼ੋ ਸਮਾਨ, ਉਹ ਸਾਰੇ ਬੈਨੀਫਿਟ ਲੈਣਾ ਪਸੰਦ ਨਹੀਂ ਕੀਤੇ ਤੇ ਅੱਜ 500 ਰੁਪਇਆ ਲੈਣ ਵਾਸਤੇ ਆ ਗਏ। ਤੇ ਕੁੰਦਨ ਬਰੂਪੀਏ ਨੇ ਕਿਹਾ, ਸਰਕਾਰ ਮਸਲਾ ਇਹ ਹੈ ਕਿ ਉਸ ਦਿਨ ਜਿਨ੍ਹਾਂ ਦਾ ਮੈਂ ਰੂਪ ਧਾਰਿਆ ਸੀ ਉਹ ਸੱਚੇ ਸਨ ਤੇ ਸੱਚਿਆਂ ਦਾ ਰੂਪ ਧਾਰ ਕੇ ਬੇਈਮਾਨੀ ਕਰਨਾ, ਲਾਲਚ ਕਰਨਾ ਮੈਨੂੰ ਜ਼ੇਬ ਨਹੀਂ ਦਿੰਦਾ। ਇਸ ਵਾਸਤੇ ਮੈਂ ਉਹ ਸਾਰਾ ਕੁਝ ਲੈਣ ਤੋਂ ਇਨਕਾਰ ਕੀਤਾ ਸੀ। ਮੇਰੀ ਤੁਹਾਡੀ ਸ਼ਰਤ 500 ਰੁਪਏ ਦੀ ਸੀ, ਮੈਨੂੰ 500 ਰੁਪਇਆ ਦਿਓ ਤੇ ਮੈਂ ਇਸ 500 ਰੁਪਏ 'ਚ ਖੁਸ਼ ਹਾਂ। ਦੋਸਤੋ, ਗੱਲ ਕਰਨ ਦਾ ਮਕਸਦ ਸਿਰਫ ਇੰਨਾ ਹੈ ਕਿ ਕੋਈ ਜਿੱਡਾ ਮਰਜ਼ੀ ਵੱਡਾ ਫਰਾਡੀਆ ਹੋਵੇ, ਜਿੱਡਾ ਮਰਜ਼ੀ ਵੱਡਾ ਜ਼ਾਲਮ ਹੋਵੇ, ਲੇਕਿਨ ਉਹ ਜਿਸ ਵੇਲੇ ਔਲੀਆ ਪੈਗੰਬਰ ਦੇ ਖੁਲੀਏ ਨੂੰ ਅਪਣਾ ਲੈਂਦਾ ਹੈ ਤੇ ਉਹ ਉਸ ਵੇਲੇ ਝੂਠ ਨਹੀਂ ਬੋਲ ਸਕਦਾ, ਉਸ ਵੇਲੇ ਦੁਨਿਆਵੀ ਬੈਨੀਫਿਟ ਭੁੱਲ ਜਾਂਦਾ ਹੈ। ਕੋਸ਼ਿਸ਼ ਕਰਿਆ ਕਰੋ ਕਿ ਦੀਨ ਇਸਲਾਮ ਤੇ ਚਲੋ, ਹੱਕ ਸੱਚ ਦੀ ਗੱਲ ਕਰਿਆ ਕਰੋ, ਹੱਕ ਸੱਚ ਫਤਿਹ। ਅੱਲਾਹ ਤਾਲਾ ਤੁਹਾਨੂੰ ਸਾਬਤ ਕਦਮ ਰਹਿਣ ਦੀ ਤੌਫੀਕ ਦੇਵੇ। ਗੱਲ ਪਸੰਦ ਆਈ ਹੋਏ ਲਾਈਕ ਕਰ ਦਿਓ। ਜਿਹੜੇ ਦੋਸਤ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰੋ, ਚੈਨਲ 'ਚ ਸ਼ਾਮਲ ਹੋ ਜਾਓ। ਬਸ਼ਰਤੇ ਜ਼ਿੰਦਗੀ ਕੱਲ ਫਿਰ ਇਹੋ ਜਿਹੀ ਕੋਈ ਕੀਮਤੀ ਗੱਲ ਦੇ ਨਾਲ ਹਾਜ਼ਰ ਹੋਵਾਂਗਾ। ਕੱਲ ਤੱਕ ਇਜਾਜ਼ਤ ਦਾ ਤਲਬਗਾਰ ਤੁਹਾਡਾ ਆਪਣਾ ਵੀਰ, ਤੁਹਾਡਾ ਆਪਣਾ ਭਾਈ ਅਰਸ਼ਦ ਲੋਧੀ। ਇਜਾਜ਼ਤ। ਅੱਲਾਹ ਹਾਫਿਜ਼।